ਰਿਚ ਡੈਡ ਪੂਅਰ ਡੈਡ, ਅਮੀਰ ਪਿਤਾ ਗਰੀਬ ਪਿਤਾ। ਕਿਤਾਬ ਨਾਲ ਜਾਣ ਪਛਾਣ। ਰਿਚ ਡੈਡ ਪੂਅਰ ਡੈਡ ਰਾਬਰਟ ਕਿਓਸਾਕੀ ਦੁਆਰਾ 1997 ਵਿੱਚ ਪ੍ਰਕਾਸ਼ਿਤ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ। ਇਹ ਦੋ ਪਿਤਾ ਸ਼ਖਸੀਅਤਾਂ ਦੇ ਵਿੱਤੀ ਫਲਸਫਿਆਂ ਦੇ ਉਲਟ ਦ੍ਰਿਸ਼ਟੀਕੋਣਾਂ ਨੂੰ ਦਰਸਾਉਂਦੀ ਹੈ। ਇਹ ਉਜਾਗਰ ਕਰਦੀ ਹੈ ਕਿ ਕਿਵੇਂ ਅਮੀਰ ਲੋਕ ਦੌਲਤ ਲਈ ਜਾਇਦਾਦ ਦਾ ਲਾਭ ਉਠਾਉਂਦੇ ਹਨ, ਜਦੋਂ ਕਿ ਗਰੀਬ ਦੇਣਦਾਰੀਆਂ ਵਿੱਚ ਹੀ ਉਲਝੇ ਰਹਿੰਦੇ ਹਨ। ਕਿਤਾਬ ਵਿੱਤੀ ਸਿੱਖਿਆ, ਪੈਸਾ ਕਮਾਉਣ ਅਤੇ ਵਧਾਉਣ ਦੀ ਮਹੱਤਤਾ ਤੇ ਜ਼ੋਰ ਦਿੰਦੀ ਹੈ। ਦੋ ਪਿਤਾ ਹੋਣ ਕਾਰਨ ਮੈਨੂੰ ਅਮੀਰ ਆਦਮੀ ਦੇ ਅਤੇ ਗਰੀਬ ਆਦਮੀ ਦੇ ਧਨ ਸੰਬੰਧੀ ਵਿਪਰੀਤ ਦ੍ਰਿਸ਼ਟੀਕੋਣਾਂ ਨੂੰ ਸਮਝਣ ਅਤੇ ਚੋਣ ਕਰਨ ਦਾ ਅਵਸਰ ਮਿਲਿਆ। ਮੇਰੇ ਦੋ ਪਿਤਾ ਸਨ, ਇੱਕ ਅਮੀਰ ਅਤੇ ਇੱਕ ਗਰੀਬ। ਇੱਕ ਬਹੁਤ ਪੜ੍ਹਿਆ ਲਿਖਿਆ ਅਤੇ ਬੁੱਧੀਮਾਨ ਸੀ। ਉਸਨੇ PhD ਅਤੇ 2 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 4 ਸਾਲ ਦਾ ਅੰਡਰ ਗ੍ਰੈਜੂਏਟ ਕੋਰਸ ਪੂਰਾ ਕੀਤਾ। ਫਿਰ ਉਹ ਸਟੈਨਫੋਰਡ ਯੂਨੀਵਰਸਿਟੀ, ਸ਼ਿਕਾਗੋ ਯੂਨੀਵਰਸਿਟੀ ਅਤੇ ਨਾਰਥ ਵੈਸਟਰਨ ਯੂਨੀਵਰਸਿਟੀ ਵਿੱਚ ਆਪਣੀ ਉੱਨਤ ਪੜ੍ਹਾਈ ਕਰਨ ਲਈ ਗਿਆ। ਇਹ ਸਭ ਪੂਰੀ ਵਿੱਤੀ ਸਕਾਲਰਸ਼ਿਪ ਤੇ ਕੀਤੀ। ਦੂਜੇ ਪਿਤਾ ਨੇ ਕਦੇ 8ਵੀਂ ਜਮਾਤ ਤੱਕ ਪਾਸ ਨਹੀਂ ਕੀਤੀ। ਦੋਵੇਂ ਆਦਮੀ ਆਪਣੇ ਕਰੀਅਰ ਵਿੱਚ ਸਫਲ ਰਹੇ, ਸਾਰੀ ਉਮਰ ਸਖਤ ਮਿਹਨਤ ਕੀਤੀ। ਦੋਵਾਂ ਨੇ ਕਾਫੀ ਕਮਾਈ ਕੀਤੀ। ਫਿਰ ਵੀ ਇੱਕ ਹਮੇਸ਼ਾ ਵਿੱਤੀ ਤੌਰ ਤੇ ਸੰਘਰਸ਼ ਕਰਦਾ ਰਿਹਾ। ਦੂਜਾ ਹਵਾਈ ਸ਼ਹਿਰ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਬਣ ਗਿਆ। ਇੱਕ ਨੇ ਮੌਤ ਤੋਂ ਬਾਅਦ ਆਪਣੇ ਪਰਿਵਾਰ, ਚੈਰਿਟੀ ਅਤੇ ਚਰਚ ਲਈ ਲੱਖਾਂ ਡਾਲਰ ਛੱਡੇ ਅਤੇ ਦੂਸਰੇ ਲਈ ਬਿੱਲਾਂ, ਭਾਵ ਕਿ ਦੇਣਦਾਰੀਆਂ ਦਾ ਭੁਗਤਾਨ ਕਰਨਾ ਅਜੇ ਬਾਕੀ ਸੀ। ਦੋਵੇਂ ਆਦਮੀ ਮਜ਼ਬੂਤ, ਕਰਿਸ਼ਮਾਈ ਅਤੇ ਪ੍ਰਭਾਵਸ਼ਾਲੀ ਸਨ। ਦੋਹਾਂ ਆਦਮੀਆਂ ਨੇ ਮੈਨੂੰ ਸਲਾਹ ਦਿੱਤੀ, ਪਰ ਉਹਨਾਂ ਨੇ ਇੱਕੋ ਜਿਹੀ ਸਲਾਹ ਨਹੀਂ ਦਿੱਤੀ। ਦੋਵੇਂ ਆਦਮੀ ਸਿੱਖਿਆ ਵਿੱਚ ਬਹੁਤ ਵਿਸ਼ਵਾਸ ਰੱਖਦੇ ਸਨ, ਪਰ ਅਧਿਐਨ ਦੇ ਇੱਕੋ ਕੋਰਸ ਦੀ ਸਿਫਾਰਸ਼ ਨਹੀਂ ਕਰਦੇ ਸਨ। ਜੇ ਮੇਰੇ ਕੋਲ ਇੱਕ ਹੀ ਪਿਤਾ ਹੁੰਦਾ ਤਾਂ ਮੈਨੂੰ ਉਸਦੀ ਸਲਾਹ ਨੂੰ ਸਵੀਕਾਰ ਜਾਂ ਰੱਦ ਕਰਨਾ ਪੈਂਦਾ। ਦੋ ਪਿਤਾ ਹੋਣ ਨੇ ਮੇਰੇ ਸਾਹਮਣੇ ਵਿਪਰੀਤ ਦ੍ਰਿਸ਼ਟੀਕੋਣਾਂ ਵਿੱਚੋਂ ਚੋਣ ਕਰਨ ਦੀ ਪੇਸ਼ਕਸ਼ ਕੀਤੀ। ਇੱਕ ਅਮੀਰ ਆਦਮੀ ਦਾ ਅਤੇ ਦੂਜਾ ਗਰੀਬ ਆਦਮੀ ਦਾ। ਇੱਕ ਜਾਂ ਦੂਜੇ ਨੂੰ ਸਿਰਫ ਸਵੀਕਾਰ ਜਾਂ ਅਸਵੀਕਾਰ ਕਰਨ ਦੀ ਬਜਾਏ ਮੈਂ ਆਪਣੇ ਆਪ ਨੂੰ ਵਧੇਰੇ ਸੋਚਣ, ਤੁਲਨਾ ਕਰਨ ਅਤੇ ਫਿਰ ਆਪਣੇ ਲਈ ਚੋਣ ਕਰਦੇ ਪਾਇਆ। ਸਮੱਸਿਆ ਇਹ ਸੀ ਕਿ ਅਮੀਰ ਆਦਮੀ ਅਜੇ ਅਮੀਰ ਨਹੀਂ ਸੀ ਅਤੇ ਗਰੀਬ ਆਦਮੀ ਅਜੇ ਗਰੀਬ ਨਹੀਂ ਸੀ। ਦੋਵੇਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ ਅਤੇ ਦੋਵੇਂ ਪੈਸੇ ਅਤੇ ਪਰਿਵਾਰਾਂ ਨਾਲ ਸੰਘਰਸ਼ ਕਰ ਰਹੇ ਸਨ। ਪਰ ਪੈਸੇ ਬਾਰੇ ਉਹਨਾਂ ਦਾ ਨਜ਼ਰੀਆ ਬਹੁਤ ਵੱਖਰਾ ਸੀ। ਉਦਾਹਰਨ ਲਈ, ਇੱਕ ਪਿਤਾ ਜੀ ਕਹੇਗਾ, ਪੈਸੇ ਦਾ ਪਿਆਰ ਸਾਰੀਆਂ ਬੁਰਾਈਆਂ ਦੀ ਜੜ ਹੈ ਅਤੇ ਦੂਜਾ ਕਹੇਗਾ, ਪੈਸੇ ਦੀ ਕਮੀ ਸਾਰੀ ਬੁਰਾਈਆਂ ਦੀ ਜੜ ਹੈ। ਇੱਕ ਨੌਜਵਾਨ ਲੜਕੇ ਦੇ ਰੂਪ ਵਿੱਚ ਦੋ ਮਜ਼ਬੂਤ ਪਿਤਾ, ਦੋਨਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ। ਮੁਸ਼ਕਲ ਇਹ ਸੀ ਕਿ ਮੈਂ ਇੱਕ ਚੰਗਾ ਪੁੱਤਰ ਬਣ ਕੇ ਸੁਣਨਾ ਚਾਹੁੰਦਾ ਸੀ, ਪਰ ਦੋਵੇਂ ਪਿਓ ਇੱਕੋ ਜਿਹੀਆਂ ਗੱਲਾਂ ਨਹੀਂ ਕਰਦੇ ਸਨ। ਉਹਨਾਂ ਦੇ ਦ੍ਰਿਸ਼ਟੀਕੋਣਾਂ ਵਿੱਚ, ਖਾਸ ਕਰਕੇ ਪੈਸੇ ਬਾਰੇ ਵਿੱਚ ਅੰਤਰ ਇੰਨਾ ਜ਼ਿਆਦਾ ਸੀ ਕਿ ਮੈਂ ਉਤਸੁਕ ਹੋ ਗਿਆ ਅਤੇ ਮੈਂ ਸੋਚਣਾ ਸ਼ੁਰੂ ਕਰ ਦਿੱਤਾ ਕਿ ਦੋਨੋਂ ਕੀ ਕਹਿ ਰਹੇ ਸਨ। ਮੇਰਾ ਜ਼ਿਆਦਾਤਰ ਨਿੱਜੀ ਸਮਾਂ ਆਪਣੇ ਆਪ ਨੂੰ ਸਵਾਲ ਪੁੱਛਣ ਵਿੱਚ ਬਿਤਾਇਆ ਜਾਣ ਲੱਗਾ, ਉਹ ਅਜਿਹਾ ਕਿਉਂ ਕਹਿੰਦਾ ਹੈ? ਅਤੇ ਫਿਰ ਦੂਜੇ ਪਿਤਾ ਦੇ ਬਿਆਨ ਤੇ ਉਹੀ ਸਵਾਲ ਪੁੱਛਣਾ, ਹਾਂ, ਉਹ ਸਹੀ ਹੈ, ਮੈਂ ਇਸ ਨਾਲ ਸਹਿਮਤ ਹਾਂ, ਜਾਂ ਸਿਰਫ ਦ੍ਰਿਸ਼ਟੀਕੋਣ ਨੂੰ ਰੱਦ ਕਰਨ ਲਈ ਕਹਿਣਾ ਕਿ ਬੁੱਢੇ ਆਦਮੀ ਨੂੰ ਨਹੀਂ ਪਤਾ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਬਹੁਤ ਸੌਖਾ ਹੁੰਦਾ। ਪਰੰਤੂ ਇਸ ਦੀ ਬਜਾਏ ਦੋ ਪਿਤਾ ਦਾ ਹੋਣਾ, ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਸੀ, ਨੇ ਮੈਨੂੰ ਸੋਚਣ ਲਈ ਮਜਬੂਰ ਕੀਤਾ ਅਤੇ ਆਖਰਕਾਰ ਮੈਂ ਵਿਚਾਰ ਕਰਕੇ ਫੈਸਲਾ ਲੈਣ ਦਾ ਰਾਹ ਚੁਣਿਆ। ਇੱਕ ਪ੍ਰਕਿਰਿਆ ਦੇ ਰੂਪ ਵਿੱਚ, ਇੱਕ ਦ੍ਰਿਸ਼ਟੀਕੋਣ ਨੂੰ ਸਿਰਫ ਸਵੀਕਾਰ ਕਰਨ ਜਾਂ ਰੱਦ ਕਰਨ ਨਾਲੋਂ ਲੰਬੇ ਸਮੇਂ ਤੱਕ ਸੋਚ ਕੇ ਆਪਣੇ ਲਈ ਚੁਣਨਾ ਮੇਰੇ ਲਈ ਬਹੁਤ ਜ਼ਿਆਦਾ ਕੀਮਤੀ ਅਤੇ ਲਾਹੇਵੰਦ ਸਾਬਤ ਹੋਇਆ। ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ। ਕਰਜ਼ੇ ਵਿੱਚ ਦਬੇ ਮੱਧ ਵਰਗ ਦਾ ਕਾਰਨ ਇਹ ਹੈ ਕਿ ਪੈਸੇ ਦਾ ਵਿਸ਼ਾ ਸਕੂਲ ਵਿੱਚ ਨਹੀਂ, ਸਗੋਂ ਘਰ ਵਿੱਚ ਪੜ੍ਹਾਇਆ ਜਾਂਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਆਪਣੇ ਮਾਪਿਆਂ ਤੋਂ ਪੈਸੇ ਬਾਰੇ ਸਿੱਖਦੇ ਹਨ। ਅਜਿਹੇ ਹਾਲਾਤਾਂ ਵਿੱਚ ਗਰੀਬ ਮਾਪੇ ਆਪਣੇ ਬੱਚੇ ਨੂੰ ਪੈਸੇ ਬਾਰੇ ਕੀ ਦੱਸ ਸਕਦੇ ਹਨ? ਉਹ ਸਿਰਫ ਕਹਿੰਦੇ ਹਨ, ਸਕੂਲ ਵਿੱਚ ਰਹੋ ਅਤੇ ਸਖਤ ਮਿਹਨਤ ਕਰੋ। ਬੱਚਾ ਸ਼ਾਨਦਾਰ ਗ੍ਰੇਡਾਂ ਨਾਲ ਗ੍ਰੈਜੂਏਟ ਹੋ ਜਾਂਦਾ ਹੈ, ਪਰ ਇੱਕ ਗਰੀਬ ਵਿਅਕਤੀ ਦੀ ਵਿੱਤੀ ਪ੍ਰੋਗਰਾਮਿੰਗ ਅਤੇ ਮਾਨਸਿਕਤਾ ਨਾਲ। ਅਫਸੋਸ ਦੀ ਗੱਲ ਹੈ ਕਿ ਸਕੂਲਾਂ ਵਿੱਚ ਪੈਸੇ ਦੀ ਪੜ੍ਹਾਈ ਨਹੀਂ ਕਰਾਈ ਜਾਂਦੀ। ਸਕੂਲ ਵਿਦਿਅਕ ਅਤੇ ਪੇਸ਼ੇਵਰ ਹੁਨਰਾਂ ਤੇ ਧਿਆਨ ਕੇਂਦਰਿਤ ਕਰਦੇ ਹਨ, ਪਰ ਵਿੱਤੀ ਹੁਨਰਾਂ ਤੇ ਨਹੀਂ। ਉਹ ਇਹ ਨਹੀਂ ਦੱਸਦੇ ਕਿ ਕਿਵੇਂ ਸਮਾਰਟ ਬੈਂਕਰ, ਡਾਕਟਰ ਅਤੇ ਅਕਾਊਂਟੈਂਟ, ਜਿਨ੍ਹਾਂ ਨੇ ਸ਼ਾਨਦਾਰ ਗ੍ਰੇਡ ਹਾਸਲ ਕੀਤੇ ਹਨ, ਉਹਨਾਂ ਨੂੰ ਵੀ ਆਪਣੀ ਸਾਰੀ ਜ਼ਿੰਦਗੀ ਵਿੱਤੀ ਤੌਰ ਤੇ ਸੰਘਰਸ਼ ਕਰਨਾ ਪੈ ਸਕਦਾ ਹੈ। ਸਾਡਾ ਹੈਰਾਨ ਕਰਨ ਵਾਲਾ ਰਾਸ਼ਟਰੀ ਕਰਜ਼ਾ ਵੱਡੇ ਪੱਧਰ ਤੇ ਉੱਚ ਪੜ੍ਹੇ ਲਿਖੇ ਸਿਆਸਤਦਾਨਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਕਾਰਨ ਹੈ, ਜੋ ਪੈਸੇ ਦੇ ਵਿਸ਼ੇ ਵਿੱਚ ਬਹੁਤ ਘੱਟ ਜਾਂ ਬਿਨਾਂ ਸਿਖਲਾਈ ਦੇ ਵਿੱਤੀ ਫੈਸਲੇ ਲੈਂਦੇ ਹਨ। ਅੱਜ ਮੈਂ ਅਕਸਰ ਸੋਚਦਾ ਹਾਂ ਕਿ ਜਲਦੀ ਹੀ ਅਜਿਹਾ ਹੋਵੇਗਾ, ਜਦੋਂ ਸਾਡੇ ਕੋਲ ਲੱਖਾਂ ਲੋਕ ਹੋਣਗੇ ਜਿਨ੍ਹਾਂ ਨੂੰ ਵਿੱਤੀ ਅਤੇ ਡਾਕਟਰੀ ਸਹਾਇਤਾ ਦੀ ਲੋੜ ਹੋਵੇਗੀ। ਉਹ ਵਿੱਤੀ ਸਹਾਇਤਾ ਲਈ ਆਪਣੇ ਪਰਿਵਾਰਾਂ ਜਾਂ ਸਰਕਾਰ ਤੇ ਨਿਰਭਰ ਹੋਣਗੇ। ਕੀ ਹੋਵੇਗਾ ਜਦੋਂ ਮੈਡੀਕੇਅਰ ਅਤੇ ਸੋਸ਼ਲ ਸਿਕਿਉਰਿਟੀ ਦਾ ਪੈਸਾ ਖਤਮ ਹੋ ਜਾਵੇਗਾ?
ਇੱਕ ਰਾਸ਼ਟਰ ਕਿਵੇਂ ਬਚੇਗਾ ਜੇਕਰ ਬੱਚਿਆਂ ਨੂੰ ਪੈਸੇ ਬਾਰੇ ਸਿਖਾਉਣਾ ਮਾਪਿਆਂ ਤੇ ਛੱਡਿਆ ਜਾਣਾ ਜਾਰੀ ਰੱਖਿਆ ਜਾਵੇਗਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਰੀਬ ਹੋ ਜਾਣਗੇ ਜਾਂ ਪਹਿਲਾਂ ਹੀ ਹੋਣਗੇ। ਕਿਉਂਕਿ ਮੇਰੇ ਦੋ ਪ੍ਰਭਾਵਸ਼ਾਲੀ ਪਿਤਾ ਸਨ, ਮੈਂ ਉਹਨਾਂ ਦੋਵਾਂ ਤੋਂ ਸਿੱਖਿਆ। ਮੈਨੂੰ ਹਰੇਕ ਪਿਤਾ ਦੀ ਸਲਾਹ ਬਾਰੇ ਸੋਚਣਾ ਪਿਆ ਅਤੇ ਅਜਿਹਾ ਕਰਨ ਨਾਲ ਮੈਂ ਕਿਸੇ ਦੇ ਜੀਵਨ ਤੇ ਕਿਸੇ ਦੇ ਵਿਚਾਰਾਂ ਦੀ ਸ਼ਕਤੀ ਅਤੇ ਪ੍ਰਭਾਵ ਬਾਰੇ ਕੀਮਤੀ ਸਮਝ ਪ੍ਰਾਪਤ ਕੀਤੀ। ਉਦਾਹਰਨ ਲਈ, ਇੱਕ ਪਿਤਾ ਜੀ ਨੂੰ ਇਹ ਕਹਿਣ ਦੀ ਆਦਤ ਸੀ, ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਦੂਜੇ ਡੈਡੀ ਨੇ ਇਹ ਸ਼ਬਦ ਵਰਤੇ ਜਾਣ ਤੋਂ ਮਨਾ ਕਰ ਦਿੱਤਾ। ਉਹ ਜ਼ੋਰ ਦੇ ਕੇ ਪੁੱਛਦੇ, ਮੈਂ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹਾਂ? ਇੱਕ ਬਿਆਨ ਹੈ ਅਤੇ ਦੂਜਾ ਇੱਕ ਸਵਾਲ ਹੈ। ਇੱਕ ਤੁਹਾਨੂੰ ਜਕੜ ਬੰਦ ਕਰ ਦਿੰਦਾ ਹੈ ਅਤੇ ਦੂਜਾ ਤੁਹਾਨੂੰ ਸੋਚਣ ਲਈ ਮਜਬੂਰ ਕਰਦਾ ਹੈ। ਮੇਰੇ ਜਲਦੀ ਹੀ ਅਮੀਰ ਹੋਣ ਵਾਲੇ ਪਿਤਾ ਜੀ ਸਮਝਾਉਂਦੇ ਕਿ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਇੱਕ ਬਿਆਨ ਹੈ ਅਤੇ ਸ਼ਬਦਾਂ ਨੂੰ ਆਪਣੇ ਆਪ ਕਹਿਣ ਨਾਲ ਤੁਹਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਸਵਾਲ ਪੁੱਛ ਕੇ ਮੈਂ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹਾਂ, ਤੁਹਾਡਾ ਦਿਮਾਗ ਕੰਮ ਕਰਦਾ ਹੈ। ਉਸ ਦਾ ਇਹ ਮਤਲਬ ਨਹੀਂ ਸੀ ਕਿ ਤੁਹਾਨੂੰ ਉਹ ਸਭ ਕੁਝ ਖਰੀਦਣਾ ਚਾਹੀਦਾ ਹੈ ਜੋ ਤੁਸੀਂ ਚਾਹੁੰਦੇ ਹੋ। ਉਹ ਤੁਹਾਡੇ ਦਿਮਾਗ ਦੀ ਕਸਰਤ ਕਰਾਉਣ ਦਾ ਕੱਟੜ ਹਿਤੈਸ਼ੀ ਸੀ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ। ਉਹ ਕਹਿੰਦਾ, ਮੇਰਾ ਦਿਮਾਗ ਹਰ ਰੋਜ਼ ਮਜ਼ਬੂਤ ਹੁੰਦਾ ਜਾਂਦਾ ਹੈ ਕਿਉਂਕਿ ਮੈਂ ਇਸ ਦੀ ਕਸਰਤ ਕਰਾਉਂਦਾ ਹਾਂ। ਇਹ ਜਿੰਨਾ ਮਜ਼ਬੂਤ ਹੁੰਦਾ ਹੈ, ਮੈਂ ਓਨਾ ਹੀ ਜ਼ਿਆਦਾ ਪੈਸਾ ਕਮਾ ਸਕਦਾ ਹਾਂ। ਉਹ ਮੰਨਦਾ ਸੀ ਕਿ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਆਪਣੇ ਆਪ ਕਹਿਣਾ ਮਾਨਸਿਕ ਆਲਸ ਦੀ ਨਿਸ਼ਾਨੀ ਹੈ। ਹਾਲਾਂਕਿ ਦੋਵੇਂ ਡੈਡ ਸਖਤ ਮਿਹਨਤ ਕਰਦੇ ਸਨ, ਮੈਂ ਦੇਖਿਆ ਕਿ ਜਦੋਂ ਇਹ ਵਿੱਤ ਦੀ ਗੱਲ ਆਉਂਦੀ ਸੀ, ਇੱਕ ਪਿਤਾ ਨੂੰ ਆਪਣੇ ਦਿਮਾਗ ਨੂੰ ਸੁਆਉਣ ਦੀ ਆਦਤ ਸੀ ਅਤੇ ਦੂਜੇ ਨੂੰ ਆਪਣੇ ਦਿਮਾਗ ਦੀ ਕਸਰਤ ਕਰਾਉਣ ਦੀ। ਲੰਬੇ ਸਮੇਂ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਪਿਤਾ ਵਿੱਤੀ ਤੌਰ ਤੇ ਮਜ਼ਬੂਤ ਹੋ ਗਿਆ ਅਤੇ ਦੂਜਾ ਕਮਜ਼ੋਰ। ਇਹ ਉਸ ਵਿਅਕਤੀ ਨਾਲੋਂ ਬਹੁਤ ਵੱਖਰਾ ਨਹੀਂ ਹੈ ਜੋ ਨਿਯਮਤ ਆਧਾਰ ਤੇ ਕਸਰਤ ਕਰਨ ਲਈ ਜਿਮ ਜਾਂਦਾ ਹੈ ਬਨਾਮ ਉਸ ਵਿਅਕਤੀ ਦੇ ਜੋ ਸੋਫੇ ਤੇ ਬੈਠ ਕੇ ਟੈਲੀਵਿਜ਼ਨ ਦੇਖਦਾ ਹੈ। ਸਹੀ ਸਰੀਰਕ ਕਸਰਤ ਸਿਹਤ ਲਈ ਤੁਹਾਡੀਆਂ ਸੰਭਾਵਨਾਵਾਂ ਨੂੰ ਵਧਾਉਂਦੀ ਹੈ ਅਤੇ ਇਸੇ ਤਰ੍ਹਾਂ ਸਹੀ ਮਾਨਸਿਕ ਕਸਰਤ ਤੁਹਾਡੀ ਦੌਲਤ ਦੀ ਸੰਭਾਵਨਾ ਨੂੰ ਵਧਾ ਦਿੰਦੀ ਹੈ। ਮੇਰੇ ਦੋਵੇਂ ਪਿਤਾ ਵਿਰੋਧੀ ਰਵੱਈਏ ਵਾਲੇ ਸਨ ਅਤੇ ਇਸਨੇ ਉਹਨਾਂ ਦੇ ਸੋਚਣ ਦੇ ਤਰੀਕੇ ਨੂੰ ਪ੍ਰਭਾਵਿਤ ਕੀਤਾ। ਇੱਕ ਪਿਤਾ ਦੀ ਸੋਚ ਸੀ ਕਿ ਅਮੀਰਾਂ ਨੂੰ ਘੱਟ ਕਿਸਮਤ ਵਾਲਿਆਂ ਭਾਵ ਕਿ ਗਰੀਬਾਂ ਦੀ ਦੇਖਭਾਲ ਕਰਨ ਲਈ ਟੈਕਸ ਵਜੋਂ ਜ਼ਿਆਦਾ ਭੁਗਤਾਨ ਕਰਨਾ ਚਾਹੀਦਾ ਹੈ। ਦੂਜੇ ਦਾ ਮਨ ਸੀ, ਟੈਕਸ ਉਹਨਾਂ ਲਈ ਸਜ਼ਾ ਸਮਾਨ ਹੈ ਜੋ ਪੈਸਾ ਪੈਦਾ ਕਰਦੇ ਹਨ ਅਤੇ ਉਹਨਾਂ ਨੂੰ ਇਨਾਮ ਹੈ ਜੋ ਧਨ ਪੈਦਾ ਨਹੀਂ ਕਰਦੇ। ਇੱਕ ਪਿਤਾ ਜੀ ਸਿਫਾਰਿਸ਼ ਕਰਦੇ, ਮਿਹਨਤ ਨਾਲ ਅਧਿਐਨ ਕਰੋ ਤਾਂ ਜੋ ਤੁਸੀਂ ਕੰਮ ਕਰਨ ਲਈ ਇੱਕ ਚੰਗੀ ਕੰਪਨੀ ਲੱਭ ਸਕੋ। ਦੂਜੇ ਸਿਫਾਰਿਸ਼ ਕਰਦੇ, ਸਖਤ ਅਧਿਐਨ ਕਰੋ ਤਾਂ ਜੋ ਤੁਸੀਂ ਖਰੀਦਣ ਲਈ ਇੱਕ ਚੰਗੀ ਕੰਪਨੀ ਲੱਭ ਸਕੋ। ਇੱਕ ਪਿਤਾ ਨੇ ਕਿਹਾ, ਮੈਂ ਅਮੀਰ ਇਸ ਲਈ ਨਹੀਂ ਹਾਂ ਕਿਉਂਕਿ ਮੇਰੇ ਬੱਚੇ ਹਨ। ਦੂਜੇ ਨੇ ਕਿਹਾ, ਮੇਰੇ ਅਮੀਰ ਹੋਣ ਦਾ ਕਾਰਨ ਇਹ ਹੈ ਕਿ ਮੇਰੇ ਬੱਚੇ ਹਨ। ਇੱਕ ਨੇ ਰਾਤ ਦੇ ਖਾਣੇ ਦੀ ਮੇਜ਼ ਤੇ ਪੈਸੇ ਅਤੇ ਕਾਰੋਬਾਰ ਬਾਰੇ ਗੱਲ ਕਰਨ ਲਈ ਉਤਸ਼ਾਹਿਤ ਕੀਤਾ, ਜਦੋਂ ਕਿ ਦੂਜੇ ਨੇ ਖਾਣੇ ਤੇ ਧਨ ਦੇ ਵਿਸ਼ੇ ਤੇ ਚਰਚਾ ਕਰਨ ਤੋਂ ਮਨਾ ਕੀਤਾ। ਇੱਕ ਨੇ ਕਿਹਾ, ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤਾਂ ਇਸ ਨੂੰ ਸੁਰੱਖਿਅਤ ਰੱਖੋ, ਜੋਖਮ ਨਾ ਲਓ। ਦੂਜੇ ਨੇ ਕਿਹਾ, ਜੋਖਮ ਨੂੰ ਸੰਭਲਣਾ ਸਿੱਖੋ, ਨਾਪਿਆ ਤੁਲਿਆ ਜੋਖਮ ਲੈਣਾ ਕੋਈ ਗਲਤ ਨਹੀਂ। ਇੱਕ ਵਿਸ਼ਵਾਸ ਕਰਦਾ ਸੀ, ਸਾਡਾ ਘਰ ਸਾਡਾ ਸਭ ਤੋਂ ਵੱਡਾ ਨਿਵੇਸ਼ ਹੈ। ਦੂਜੇ ਨੇ ਵਿਸ਼ਵਾਸ ਕੀਤਾ, ਮੇਰਾ ਘਰ ਇੱਕ ਦੇਣਦਾਰੀ ਹੈ ਅਤੇ ਜੇਕਰ ਤੁਹਾਡਾ ਘਰ ਤੁਹਾਡਾ ਸਭ ਤੋਂ ਵੱਡਾ ਨਿਵੇਸ਼ ਹੈ ਤਾਂ ਤੁਸੀਂ ਮੁਸੀਬਤ ਵਿੱਚ ਹੋ। ਦੋਵੇਂ ਪਿਤਾਵਾਂ ਨੇ ਆਪਣੇ ਬਿੱਲਾਂ ਦਾ ਸਮੇਂ ਸਿਰ ਭੁਗਤਾਨ ਕੀਤਾ, ਫਿਰ ਵੀ ਇੱਕ ਨੇ ਆਪਣੇ ਬਿੱਲਾਂ ਦਾ ਪਹਿਲਾ ਭੁਗਤਾਨ ਕੀਤਾ ਜਦੋਂ ਕਿ ਦੂਜੇ ਨੇ ਆਪਣੇ ਬਿੱਲਾਂ ਦਾ ਅੰਤਮ ਭੁਗਤਾਨ ਕੀਤਾ। ਇੱਕ ਪਿਤਾ ਜੀ ਇੱਕ ਕੰਪਨੀ ਜਾਂ ਸਰਕਾਰ ਵਿੱਚ ਵਿਸ਼ਵਾਸ ਕਰਦੇ ਸਨ ਜੋ ਤੁਹਾਡੀਆਂ ਜ਼ਰੂਰਤਾਂ ਦਾ ਧਿਆਨ ਰੱਖਦੀ ਹੈ। ਉਹ ਹਮੇਸ਼ਾ ਤਨਖਾਹ ਵਧਾਉਣ, ਰਿਟਾਇਰਮੈਂਟ ਯੋਜਨਾਵਾਂ, ਮੈਡੀਕਲ ਲਾਭ, ਬਿਮਾਰੀ ਦੀ ਛੁੱਟੀ, ਛੁੱਟੀਆਂ ਦੇ ਦਿਨਾਂ ਅਤੇ ਹੋਰ ਭੱਤਿਆਂ ਬਾਰੇ ਚਿੰਤਤ ਰਹਿੰਦੇ। ਉਹ ਆਪਣੇ ਦੋ ਚਾਚਿਆਂ ਤੋਂ ਪ੍ਰਭਾਵਿਤ ਸੀ ਜੋ ਮਿਲਟਰੀ ਵਿੱਚ ਭਰਤੀ ਹੋਏ। 20 ਸਾਲਾਂ ਦੀ ਸਰਗਰਮ ਸੇਵਾ ਤੋਂ ਬਾਅਦ ਸੇਵਾ ਮੁਕਤੀ ਅਤੇ ਜੀਵਨ ਲਈ ਹੱਕਦਾਰ ਪੈਕੇਜ ਲਿਆ। ਉਹ ਡਾਕਟਰੀ ਲਾਭਾਂ ਅਤੇ ਵਿਸ਼ੇਸ਼ ਅਧਿਕਾਰਾਂ ਦੇ ਵਿਚਾਰ ਨੂੰ ਪਸੰਦ ਕਰਦੇ ਸਨ ਜੋ ਫੌਜ ਨੇ ਆਪਣੇ ਸੇਵਾਮੁਕਤ ਲੋਕਾਂ ਨੂੰ ਪ੍ਰਦਾਨ ਕੀਤੇ ਸਨ। ਉਹ ਯੂਨੀਵਰਸਿਟੀ ਦੁਆਰਾ ਉਪਲਬਧ ਕਾਰਜਕਾਲ ਪ੍ਰਣਾਲੀ ਨੂੰ ਵੀ ਪਿਆਰ ਕਰਦੇ ਸਨ। ਜ਼ਿੰਦਗੀ ਅਤੇ ਨੌਕਰੀ ਦੇ ਲਾਭਾਂ ਲਈ ਨੌਕਰੀ ਦੀ ਸੁਰੱਖਿਆ ਦਾ ਵਿਚਾਰ ਕਈ ਵਾਰ ਨੌਕਰੀ ਨਾਲੋਂ ਵਧੇਰੇ ਮਹੱਤਵਪੂਰਨ ਜਾਪਦਾ ਸੀ। ਉਹ ਅਕਸਰ ਕਹਿੰਦੇ ਸਨ, ਮੈਂ ਸਰਕਾਰ ਲਈ ਸਖਤ ਮਿਹਨਤ ਕੀਤੀ ਹੈ ਅਤੇ ਮੈਂ ਇਹਨਾਂ ਲਾਭਾਂ ਦਾ ਹੱਕਦਾਰ ਹਾਂ। ਮੇਰਾ ਦੂਜਾ ਪਿਤਾ ਕੁੱਲ ਵਿੱਤੀ ਸਵੈਨਿਰਭਰਤਾ ਵਿੱਚ ਵਿਸ਼ਵਾਸ ਕਰਦਾ ਸੀ। ਉਹ ਹੱਕੀ ਮਾਨਸਿਕਤਾ ਦੇ ਵਿਰੁੱਧ ਕਹਿੰਦਾ ਕਿ ਕਿਵੇਂ ਇਸਨੇ ਕਮਜ਼ੋਰ ਅਤੇ ਆਰਥਿਕ ਤੌਰ ਤੇ ਲੋੜਵੰਦ ਲੋਕ ਪੈਦਾ ਕੀਤੇ। ਉਹ ਆਰਥਿਕ ਤੌਰ ਤੇ ਸਮਰੱਥ ਹੋਣ ਤੇ ਜ਼ੋਰ ਦਿੰਦਾ ਸੀ। ਇੱਕ ਪਿਤਾ ਨੇ ਕੁਝ ਡਾਲਰ ਬਚਾਉਣ ਲਈ ਸੰਘਰਸ਼ ਕੀਤਾ, ਦੂਜੇ ਨੇ ਨਿਵੇਸ਼ ਬਣਾਇਆ। ਇੱਕ ਪਿਤਾ ਜੀ ਨੇ ਮੈਨੂੰ ਸਿਖਾਇਆ ਕਿ ਇੱਕ ਪ੍ਰਭਾਵਸ਼ਾਲੀ ਰੈਜ਼ਿਊਮੇ ਕਿਵੇਂ ਲਿਖਣਾ ਹੈ ਤਾਂ ਜੋ ਮੈਂ ਇੱਕ ਚੰਗੀ ਨੌਕਰੀ ਲੱਭ ਸਕਾਂ। ਦੂਜੇ ਨੇ ਮੈਨੂੰ ਸਿਖਾਇਆ ਕਿ ਕਿਵੇਂ ਮਜ਼ਬੂਤ ਕਾਰੋਬਾਰ ਅਤੇ ਵਿੱਤੀ ਯੋਜਨਾਵਾਂ ਲਿਖਣੀਆਂ ਹਨ ਤਾਂ ਜੋ ਮੈਂ ਨੌਕਰੀਆਂ ਪੈਦਾ ਕਰ ਸਕਾਂ।
ਦੋ ਮਜ਼ਬੂਤ ਪਿਤਾਵਾਂ ਦਾ ਉਤਪਾਦ ਹੋਣ ਕਰਕੇ ਮੈਨੂੰ ਕਿਸੇ ਦੇ ਜੀਵਨ ਤੇ ਵੱਖੋ ਵੱਖਰੇ ਵਿਚਾਰਾਂ ਦੇ ਪ੍ਰਭਾਵਾਂ ਨੂੰ ਦੇਖਣ ਦੀ ਸਹੂਲਤ ਮਿਲੀ। ਮੈਂ ਦੇਖਿਆ ਕਿ ਲੋਕ ਸੱਚਮੁੱਚ ਆਪਣੇ ਵਿਚਾਰਾਂ ਰਾਹੀਂ ਆਪਣੀ ਜ਼ਿੰਦਗੀ ਨੂੰ ਆਕਾਰ ਦਿੰਦੇ ਹਨ। ਉਦਾਹਰਨ ਲਈ, ਮੇਰੇ ਗਰੀਬ ਪਿਤਾ ਜੀ ਨੇ ਹਮੇਸ਼ਾ ਕਿਹਾ, ਮੈਂ ਕਦੇ ਵੀ ਅਮੀਰ ਨਹੀਂ ਹੋਵਾਂਗਾ, ਅਤੇ ਉਹ ਭਵਿੱਖਬਾਣੀ ਹਕੀਕਤ ਬਣ ਗਈ। ਦੂਜੇ ਪਾਸੇ ਮੇਰੇ ਅਮੀਰ ਪਿਤਾ ਜੀ ਹਮੇਸ਼ਾ ਆਪਣੇ ਆਪ ਨੂੰ ਅਮੀਰ ਦੱਸਦੇ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਮੈਂ ਇੱਕ ਅਮੀਰ ਆਦਮੀ ਹਾਂ ਅਤੇ ਅਮੀਰ ਲੋਕ ਅਜਿਹਾ ਨਹੀਂ ਕਰਦੇ। ਇੱਥੋਂ ਤੱਕ ਕਿ ਜਦੋਂ ਉਹ ਇੱਕ ਵੱਡੇ ਵਿੱਤੀ ਨੁਕਸਾਨ ਤੋਂ ਬਾਅਦ ਬਿਲਕੁਲ ਟੁੱਟ ਗਏ ਸੀ, ਉਦੋਂ ਵੀ ਉਹ ਆਪਣੇ ਆਪ ਨੂੰ ਇੱਕ ਅਮੀਰ ਆਦਮੀ ਵਜੋਂ ਦਰਸਾਉਂਦੇ ਰਹੇ। ਉਹ ਇਹ ਕਹਿ ਕੇ ਆਪਣੇ ਆਪ ਨੂੰ ਢੱਕ ਲੈਂਦੇ, ਗਰੀਬ ਹੋਣ ਅਤੇ ਟੁੱਟਣ ਵਿੱਚ ਫਰਕ ਹੁੰਦਾ ਹੈ। ਟੁੱਟਣਾ ਅਸਥਾਈ ਹੁੰਦਾ ਹੈ ਅਤੇ ਗਰੀਬੀ ਸਦੀਵੀ। ਮੇਰੇ ਗਰੀਬ ਪਿਤਾ ਜੀ ਕਹਿੰਦੇ, ਮੈਨੂੰ ਪੈਸੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਜਾਂ ਪੈਸੇ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰੇ ਅਮੀਰ ਪਿਤਾ ਜੀ ਹਮੇਸ਼ਾ ਕਹਿੰਦੇ, ਪੈਸਾ ਸ਼ਕਤੀ ਹੈ। ਸਾਡੇ ਵਿਚਾਰਾਂ ਦੀ ਸ਼ਕਤੀ ਨੂੰ ਕਦੇ ਵੀ ਮਾਪਿਆ ਨਹੀਂ ਜਾ ਸਕਦਾ ਹੈ, ਪਰ ਇੱਕ ਨੌਜਵਾਨ ਲੜਕੇ ਦੇ ਰੂਪ ਵਿੱਚ ਇਹ ਮੇਰੇ ਲਈ ਸਿੱਧ ਹੋ ਗਿਆ ਸੀ ਕਿ ਆਪਣੇ ਵਿਚਾਰਾਂ ਅਤੇ ਆਪਣੇ ਆਪ ਨੂੰ ਕਿਵੇਂ ਪ੍ਰਗਟ ਕਰਦਾ ਹਾਂ, ਇਸ ਬਾਰੇ ਜਾਣੂ ਹੋਣਾ ਮਹੱਤਵਪੂਰਨ ਸੀ। ਮੈਂ ਦੇਖਿਆ ਕਿ ਮੇਰੇ ਗਰੀਬ ਪਿਤਾ ਜੀ ਗਰੀਬ ਸਨ, ਉਹਨਾਂ ਦੇ ਵਿਚਾਰਾਂ ਅਤੇ ਕੰਮਾਂ ਕਰਕੇ, ਨਾ ਕਿ ਇਸ ਕਰਕੇ ਕਿ ਉਹਨਾਂ ਨੇ ਕਮਾਈ ਘੱਟ ਕੀਤੀ ਸੀ। ਇੱਕ ਨੌਜਵਾਨ ਲੜਕੇ ਦੇ ਰੂਪ ਵਿੱਚ ਜਿਸ ਦੇ ਦੋ ਪਿਤਾ ਸਨ, ਮੈਂ ਇਸ ਗੱਲ ਬਾਰੇ ਧਿਆਨ ਰੱਖਣ ਲਈ ਬਹੁਤ ਸੁਚੇਤ ਹੋ ਗਿਆ ਕਿ ਮੈਂ ਕਿਸ ਨੂੰ ਵਿਚਾਰਾਂ ਦੇ ਅਪਣਾਉਣ ਲਈ ਚੁਣਨਾ ਸੀ। ਕੀ ਮੈਨੂੰ ਆਪਣੇ ਅਮੀਰ ਪਿਤਾ ਦੀ ਗੱਲ ਸੁਣਨੀ ਚਾਹੀਦੀ ਹੈ ਜਾਂ ਮੇਰੇ ਗਰੀਬ ਪਿਤਾ ਦੀ? ਹਾਲਾਂਕਿ ਦੋਵੇਂ ਆਦਮੀ ਸਿੱਖਿਆ ਅਤੇ ਸਿੱਖਣ ਦਾ ਬਹੁਤ ਆਦਰ ਕਰਦੇ ਸਨ, ਪਰੰਤੂ ਉਹ ਇਸ ਬਾਰੇ ਅਸਹਿਮਤ ਸਨ ਕਿ ਉਹ ਕੀ ਸਿੱਖਣਾ ਮਹੱਤਵਪੂਰਨ ਸਮਝਦੇ ਸਨ। ਇੱਕ ਚਾਹੁੰਦਾ ਸੀ ਕਿ ਮੈਂ ਮਿਹਨਤ ਨਾਲ ਪੜ੍ਹਾਈ ਕਰਾਂ, ਡਿਗਰੀ ਹਾਸਿਲ ਕਰਾਂ ਅਤੇ ਪੈਸੇ ਕਮਾਉਣ ਲਈ ਚੰਗੀ ਨੌਕਰੀ ਕਰਾਂ। ਉਹ ਚਾਹੁੰਦਾ ਸੀ ਕਿ ਮੈਂ ਇੱਕ ਪੇਸ਼ੇਵਰ ਅਟਾਰਨੀ ਜਾਂ ਅਕਾਊਂਟੈਂਟ ਬਣਨ ਲਈ ਪੜ੍ਹਾਈ ਕਰਾਂ ਅਤੇ ਆਪਣੇ MBA ਲਈ ਬਿਜ਼ਨਸ ਸਕੂਲ ਵਿੱਚ ਜਾਵਾਂ। ਦੂਜੇ ਨੇ ਮੈਨੂੰ ਅਮੀਰ ਬਣਨ ਲਈ ਅਧਿਐਨ ਕਰਨ, ਇਸ ਸਮਝਣ ਲਈ ਉਤਸ਼ਾਹਿਤ ਕੀਤਾ ਕਿ ਪੈਸਾ ਕਿਵੇਂ ਕੰਮ ਕਰਦਾ ਹੈ। ਪੈਸਾ ਮੇਰੇ ਲਈ ਕੰਮ ਕਰਦਾ ਹੈ, ਮੈਂ ਪੈਸੇ ਲਈ ਕੰਮ ਨਹੀਂ ਕਰਦਾ। ਇਹ ਉਹ ਸ਼ਬਦ ਸਨ ਜੋ ਮੇਰੇ ਅਮੀਰ ਪਿਤਾ ਵਾਰ-ਵਾਰ ਦੁਹਰਾਉਂਦੇ। 9 ਸਾਲ ਦੀ ਉਮਰ ਵਿੱਚ ਮੈਂ ਆਪਣੇ ਅਮੀਰ ਪਿਤਾ ਜੀ ਨੂੰ ਸੁਣਨ ਅਤੇ ਸਿੱਖਣ ਦਾ ਫੈਸਲਾ ਕੀਤਾ। ਪੈਸੇ ਬਾਰੇ ਮੈਂ ਆਪਣੇ ਗਰੀਬ ਪਿਤਾ ਦੀ ਗੱਲ ਨਾ ਸੁਣਨ ਦਾ ਫੈਸਲਾ ਕੀਤਾ, ਭਾਵੇਂ ਉਹ ਕਾਲਜ ਦੀਆਂ ਸਾਰੀਆਂ ਡਿਗਰੀਆਂ ਦੇ ਮਾਲਕ ਸਨ। ਪੈਸੇ ਬਾਰੇ ਮੇਰੇ ਉੱਚ ਪੜ੍ਹੇ ਲਿਖੇ ਪਿਤਾ ਜੀ ਦੀ ਸਲਾਹ ਅਤੇ ਰਵੱਈਏ ਨੂੰ ਨਾ ਸੁਣਨਾ ਇੱਕ ਦਰਦਨਾਕ ਫੈਸਲਾ ਸੀ, ਪਰ ਇਹ ਇੱਕ ਅਜਿਹਾ ਫੈਸਲਾ ਸੀ ਜਿਸ ਨੇ ਮੇਰੀ ਬਾਕੀ ਦੀ ਜ਼ਿੰਦਗੀ ਨੂੰ ਆਕਾਰ ਦਿੱਤਾ। ਜਦੋਂ ਮੈਂ ਆਪਣਾ ਮਨ ਬਣਾ ਲਿਆ ਕਿ ਕਿਸ ਦੀ ਗੱਲ ਸੁਣਨੀ ਹੈ, ਤਾਂ ਉਸੇ ਸਮੇਂ ਪੈਸੇ ਬਾਰੇ ਮੇਰੀ ਸਿੱਖਿਆ ਸ਼ੁਰੂ ਹੋ ਗਈ। ਮੇਰੇ ਅਮੀਰ ਪਿਤਾ ਨੇ ਮੈਨੂੰ 30 ਸਾਲ ਪੜ੍ਹਾਇਆ। ਜਦੋਂ ਮੈਂ 39 ਸਾਲਾਂ ਦਾ ਹੋ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਪੈਸੇ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਗਿਆ ਹਾਂ, ਉਹ ਰੁਕ ਗਿਆ। ਪੈਸਾ ਸ਼ਕਤੀ ਦਾ ਇੱਕ ਰੂਪ ਹੈ, ਪਰ ਜੋ ਉਸ ਤੋਂ ਵੀ ਵਧੇਰੇ ਸ਼ਕਤੀਸ਼ਾਲੀ ਹੈ ਉਹ ਵਿੱਤੀ ਸਿੱਖਿਆ ਹੈ। ਤੁਹਾਡੇ ਕੋਲ ਪੈਸਾ ਆਉਂਦਾ ਹੈ ਅਤੇ ਚਲਾ ਜਾਂਦਾ ਹੈ, ਪਰ ਜੇ ਤੁਸੀਂ ਜਾਣਦੇ ਹੋ ਕਿ ਪੈਸਾ ਕਿਵੇਂ ਕੰਮ ਕਰਦਾ ਹੈ, ਤਾਂ ਤੁਸੀਂ ਇਸ ਉੱਤੇ ਕਾਬੂ ਪਾ ਸਕਦੇ ਹੋ ਅਤੇ ਦੌਲਤ ਬਣਾ ਸਕਦੇ ਹੋ। ਜ਼ਿਆਦਾਤਰ ਲੋਕ ਸਕੂਲ ਜਾਂਦੇ ਹਨ ਅਤੇ ਕਦੇ ਨਹੀਂ ਸਿੱਖਦੇ ਕਿ ਪੈਸਾ ਕਿਵੇਂ ਕੰਮ ਕਰਦਾ ਹੈ, ਇਸ ਲਈ ਉਹ ਜ਼ਿੰਦਗੀ ਭਰ ਪੈਸੇ ਲਈ ਕੰਮ ਕਰਦੇ ਰਹਿੰਦੇ ਹਨ। ਜਦੋਂ ਮੈਂ ਸਿਰਫ 9 ਸਾਲਾਂ ਦਾ ਸੀ, ਮੇਰੇ ਅਮੀਰ ਪਿਤਾ ਨੇ ਮੈਨੂੰ ਜੋ ਸਬਕ ਸਿਖਾਏ ਉਹ ਸਧਾਰਨ ਸਨ। ਜਦੋਂ ਇਹ ਸਭ ਕੁਝ ਕਿਹਾ ਅਤੇ ਕੀਤਾ ਗਿਆ ਸੀ, ਸਿਰਫ 6 ਮੁੱਖ ਪਾਠ ਮੈਨੂੰ ਸਿਖਾਏ ਗਏ ਸਨ, ਜੋ 30 ਸਾਲਾਂ ਵਿੱਚ ਬਾਰ-ਬਾਰ ਦੁਹਰਾਏ ਗਏ। ਇਹ ਕਿਤਾਬ ਉਹਨਾਂ 6 ਪਾਠਾਂ ਬਾਰੇ ਹੈ ਜਿੰਨਾ ਸੰਭਵ ਹੋ ਸਕਿਆ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੇਰੇ ਅਮੀਰ ਪਿਤਾ ਨੇ ਮੈਨੂੰ ਉਹ ਸਬਕ ਦਿੱਤੇ ਸਨ। ਇਸ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਬਕ ਜਵਾਬ ਦਿੱਤੇ ਜਾਣ ਵਾਲੇ ਸਵਾਲ ਨਹੀਂ, ਪਰ ਚਾਨਣ ਮੁਨਾਰੇ ਹਨ ਜੋ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਅਮੀਰ ਬਣਨ ਵਿੱਚ ਮਦਦ ਕਰਨਗੇ, ਭਾਵੇਂ ਵੱਧਦੀ ਤਬਦੀਲੀ ਅਤੇ ਅਨਿਸ਼ਚਿਤਤਾ ਦੇ ਸੰਸਾਰ ਵਿੱਚ ਕੁਝ ਵੀ ਹੋਵੇ।